ਕੈਨੇਡੀਅਨ ਸੈਟ ਟੀਵੀ ਤੁਸੀਂ ਵੇਖ ਰਹੇ ਹੋ। ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ। ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਯੂਕਰੇਨ ਸੰਕਟ ਦੇ ਕਾਰਨ ਬਾਈਡਨ ਦੇ ਸੰਬੋਧਨ ਦੇ ਵਿੱਚ ਰੂਸ ਤੇ ਧਿਆਨ ਵਧਣ ਦੇ ਨਾਲ ਚੀਨ ਨੂੰ ਮਿਲੇਗੀ ਰਾਹਤ। ਪੁਤਿਨ ਦੀ ਧਮਕੀ ਤੋਂ ਬਾਅਦ ਹਰਕਤ ਦੇ ਵਿੱਚ ਆਇਆ ਅਮਰੀਕਾ, ਆਸਮਾਨ ਦੇ ਵਿੱਚ ਦਿਸਿਆ ਡੋਮਸਡੇ ਪਲਾਨ। ਬਾਈਡਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ। ਕੈਨੇਡਾ ਦੇ ਵਿੱਚ ਸੁਖਦੀਪ ਸਿੰਘ ਨੇ ਮੁੱਕੇਬਾਜ਼ੀ ਦੇ ਵਿੱਚ ਚਮਕਾਇਆ ਪੰਜਾਬੀਅਤ ਦਾ ਨਾਂ, ਬਣਿਆ ਮਿਡਲਵੇਟ ਚੈਂਪੀਅਨ। ਰੂਸ ਯੂਕਰੇਨ ਜੰਗ ਦਾ 7ਵਾਂ ਦਿਨ, ਕੈਨੇਡਾ ਨੇ ICC ਨੂੰ ਭੇਜੀ ਹਾਲਾਤਾਂ ਦੀ ਜਾਣਕਾਰੀ। ਕੌਮਾਂਤਰੀ ਭਾਈਚਾਰੇ ਦੇ ਯੂਕਰੇਨ ਦੇ ਨਾਲ ਖੜੇ ਹੋਣ ਦੇ ਕਾਰਨ ਰੂਸ ਨੂੰ ਲੱਗਿਆ ਵੱਡਾ ਝਟਕਾ, ਕਿਹਾ ਟਰੂਡੋ ਨੇ। ਯੂਪੀ ਚੋਣਾਂ 2022 ਦੇ ਤਹਿਤ PM ਮੋਦੀ ਦੀ ਅਪੀਲ, ਲੋਕਤੰਤਰ ਦੇ ਤਿਉਹਾਰ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਯੂਪੀ ਦੇ ਵੋਟਰ। CM ਯੋਗੀ ਨੇ ਗੋਰਖਪੁਰ ਦੇ ਵਿੱਚ ਪਾਈ ਵੋਟ, ਵੋਟਰਾਂ ਨੂੰ ਕੀਤੀ ਖਾਸ ਮੁਲਾਕਾਤ। ਯੂਕਰੇਨ ਸੰਕਟ ਤੇ PM ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ। 6ਵੇਂ ਪੜਾਅ ਦੇ ਲਈ VOTING ਜਾਰੀ, CM ਯੋਗੀ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾਤੇ। ਯੂਕਰੇਨ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਬਿਆਨਿਆ ਖੌਫਨਾਕ ਮੰਜ਼ਰ, ਬੰਦੂਕ ਦੀ ਨੋਕ ਤੇ ਸੀ ਜਾਨ, ਜਲਦ ਕੱਢੇ ਜਾਣ ਬਾਕੀ ਵਿਦਿਆਰਥੀ। ਭਾਰਤੀ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ PM ਮੋਦੀ ਨੇ ਪੁਤਿਨ ਨੂੰ ਕੀਤਾ ਫੋਨ, ਦੋਵਾਂ ਨੇਤਾਵਾਂ ਦੇ ਵਿਚਾਲੇ ਹੋਈ ਗੱਲਬਾਤ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪਹਿਲੇ ਸਟੇਟ ਆਫ ਦ ਯੂਨੀਅਨ ਸੰਬੋਧਨ ਦੇ ਵਿੱਚ ਯੂਕਰੇਨ ਸੰਕਟ ਦੇ ਕਾਰਨ ਰੂਸੀ ਤੇ ਜ਼ਿਆਦਾ ਧਿਆਨ ਰਹਿਣ ਕਾਰਨ ਚੀਨ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਪਹਿਲਾਂ ਦੇ ਸੰਬੋਧਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਅਕਸਰ ਚੀਨ ਨੂੰ ਧਿਆਨ ਦੇ ਵਿੱਚ ਰੱਖ ਕੇ ਟਿੱਪਣੀ ਕਰਦੇ ਸਨ। ਬਾਈਡਨ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਕਿਹਾ ਸੀ ਕਿ ਅਮਰੀਕੀ ਲੋਕਾਂ ਵਿਰੁੱਧ ਦਾਅ ਲਗਾਉਣਾ ਕਦੇ ਠੀਕ ਨਹੀਂ ਹੋਵੇਗਾ। ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਚੀਨ 21ਵੀਂ ਸਦੀ ਦੇ ਆਰਥਿਕ ਮੁਕਾਬਲੇ ਜਿੱਤਣ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਅਤੇ ਸੰਕਲਪ ਜਤਾਇਆ ਹੈ ਕਿ ਅਮਰੀਕਾ ਇੱਕ ਬੁਨਿਆਦੀ ਢਾਂਚੇ ਤੇ ਧਿਆਨ ਦੇਣ ਵਾਲੇ ਦਹਾਕੇ ਦੀ ਸ਼ੁਰੂਆਤ ਕਰ ਰਿਹਾ ਹੈ। ਉਹਨਾਂ ਨੇ ਇਸ ਸਾਲ 65,000 ਮੀਲ ਤੋਂ ਵੀ ਜ਼ਿਆਦਾ ਰਾਜਮਾਰਗ ਨੂੰ ਠੀਕ ਕਰਨ, ਮਾੜੀ ਹਾਲਤ ਦੇ ਵਿੱਚ ਪਹੁੰਚ ਚੁੱਕੇ 1500 ਟੁੱਟੇ ਹੋਏ ਪੁਲਾਂ ਦੀ ਮੁਰੰਮਤ ਦਾ ਐਲਾਨ ਕੀਤਾ। ਬਾਈਡਨ ਨੇ ਆਪਣੇ ਪਹਿਲੇ ਸਟੇਟ ਆਫ ਦਾ ਯੂਨੀਅਨ ਸੰਬੋਧਨ ਦੇ ਵਿੱਚ ਮੰਗਲਵਾਰ ਰਾਤ ਨੂੰ ਕਿਹਾ ਸੀ ਕਿ ਮੈਂ ਸ਼ੀ ਜਿਨਪਿੰਗ ਨੂੰ ਕਿਹਾ ਹੈ ਕਿ ਅਮਰੀਕੀ ਲੋਕਾਂ ਦੇ ਵਿਰੁੱਧ ਦਾਅ ਲਗਾਉਣਾ ਕਦੇ ਠੀਕ ਨਹੀਂ ਹੋਵੇਗਾ। ਅਸੀਂ ਲੱਖਾਂ ਅਮਰੀਕੀਆਂ ਦੇ ਲਈ ਚੰਗੇ ਰੋਜ਼ਗਾਰਾਂ ਤੋਂ ਮੁੜ ਸੁਰਜੀਤ ਕਰਾਂਗੇ, ਸੜਕਾਂ, ਹਵਾਈ ਅੱਡੇ, ਬੰਦਰਗਾਹਾਂ, ਜਲ ਮਾਰਗਾਂ ਦਾ ਆਧੁਨਿਕੀਕਰਨ ਵੀ ਕਰਾਂਗੇ। ਅਸੀਂ ਜਲਵਾਯੂ ਸੰਕਟ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਸਾਹਮਣਾ ਕਰਨ ਤੇ ਵਾਤਾਵਰਣ ਨੂੰ ਉਤਸ਼ਾਹ ਦੇਣ ਦੇ ਲਈ ਇਹ ਸਾਰਾ ਕੁਝ ਕਰਾਂਗੇ। ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੱਲੋਂ ਯੂਕਰੇਨ ਦੇ ਨਾਲ ਯੁੱਧ ਦਰਮਿਆਨ ਨਾਟੋ ਦੇਸ਼ਾਂ ਨੂੰ ਪਰਮਾਣੂ ਬੰਬਾਂ ਦੀ ਧਮਕੀ ਦੇਣ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਵੀ ਹਰਕਤ ਦੇ ਵਿੱਚ ਆ ਗਈ ਹੈ। ਅਮਰੀਕੀ ਹਵਾਈ ਸੈਨਾ ਦਾ ਮਹਾਵਿਨਾਸ਼ ਜਹਾਜ਼ ਹਵਾ ਦੇ ਵਿੱਚ ਵੇਖਿਆ ਗਿਆ। ਅਮਰੀਕੀ ਮੀਡੀਆ ਦੇ ਮੁਤਾਬਕ ਪਰਮਾਣੂ ਬੰਬ ਦੇ ਹਮਲੇ ਦਾ ਟਾਕਰਾ ਕਰਨ ਦੇ ਵਿੱਚ ਸਮਰੱਥ ਪਲੇਨ ਆਫ ਦੀ ਗ੍ਰੇਟ ਡਿਸਟਰਕਸ਼ਨ 28 ਫਰਵਰੀ ਨੂੰ ਅਮਰੀਕਾ ਦੇ ਨੇਬਰਾਸਕਾ ਦੇ ਵਿੱਚ ਕੁਝ ਸਮੇਂ ਦੇ ਲਈ ਹਵਾ ਦੇ ਵਿੱਚ ਸਿਖਲਾਈ ਉਡਾਨ ਤੇ ਨਿਕਲਿਆ ਸੀ। ਇਸ ਤੋਂ ਠੀਕ ਪਹਿਲਾਂ ਪੁਤਿਨ ਨੇ ਆਪਣੀ ਪਰਮਾਣੂ ਫੌਜ ਨੂੰ ਹਾਈ ਅਲਰਟ ਤੇ ਰੱਖਿਆ ਸੀ। ਅਮਰੀਕਾ ਨੇ ਬੋਇੰਗ 747 ਜਹਾਜ਼ ਦਾ ਨਾਮ ਬਦਲ ਕੇ ਉਸ ਨੂੰ ਬੋਇੰਗ E-4B ਨਾਈਟ ਵਾਚ ਨਾਮ ਦਿੱਤਾ। ਆਈ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਜਹਾਜ਼ ਨੇ ਨੈਬਰਾਸਕਾ ਦੇ ਵਿੱਚ US 에ਅਰ ਫੋਰਸ ਬੇਸ ਤੋਂ ਉਡਾਨ ਭਰੀ ਅਤੇ ਸ਼ਿਕਾਗੋ ਦੇ ਅਸਮਾਨ ਦੇ ਵਿੱਚ ਲਗਭਗ 4.5 ਘੰਟੇ ਤੱਕ ਰਿਹਾ। ਇਸ ਤੋਂ ਬਾਅਦ ਜਹਾਜ਼ ਵਾਪਸ ਪਰਤਿਆ। ਖਬਰਾਂ ਦੇ ਵਿੱਚ ਕਿਹਾ ਗਿਆ ਕਿ ਇਸ ਉਡਾਨ ਦੇ ਦੌਰਾਨ ਬੈਲਿਸਟਿਕ ਮਿਜ਼ਾਈਲਾਂ ਨੂੰ ਟਰੈਕ ਕਰਨ ਦੇ ਲਈ ਕਈ ਸ਼ੁਰੂਆਤੀ ਚੇਤਾਵਨੀ ਵਾਲੇ ਜਹਾਜ਼ ਵੀ ਉਸ ਦੇ ਨਾਲ ਉਡਾਨ ਭਰ ਰਹੇ ਨੇ। ਅਮਰੀਕਾ ਸਿਖਲਾਈ ਅਤੇ ਤਿਆਰੀ ਮਿਸ਼ਨਾਂ ਨੂੰ ਪੂਰਾ ਕਰਨ ਦੇ ਲਈ ਹਰ ਸਮੇਂ ਘੱਟੋ-ਘੱਟ ਇੱਕ E-4B ਨੂੰ ਅਲਰਟ ਤੇ ਰੱਖਦਾ ਹੈ। ਹਾਲੇ ਇਹ ਸਪਸ਼ਟ ਨਹੀਂ ਹੈ ਕਿ ਸੋਮਵਾਰ ਨੂੰ ਮਹਾਵਿਨਾਸ਼ ਦੇ ਜਹਾਜ਼ ਦੀ ਉਡਾਨ ਦਾ ਪੁਤਿਨ ਦੇ ਆਦੇਸ਼ ਦੇ ਨਾਲ ਕੋਈ ਸਿੱਧਾ ਸੰਬੰਧ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਪੁਤਿਨ ਨੇ ਰੂਸ ਦੀਆਂ ਪਰਮਾਣੂ ਮਿਜ਼ਾਈਲਾਂ ਨੂੰ ਲੜਾਕੂ ਡਿਊਟੀ ਤੇ ਤਾਇਨਾਤ ਕਰਨ ਦਾ ਹੁਕਮ ਦਿੱਤਾ ਸੀ। ਪੁਤਿਨ ਨੇ ਨਾਟੋ ਦੇਸ਼ਾਂ ਦੇ ਹਮਲਾਵਰ ਬਿਆਨਾਂ ਤੇ ਰੂਸ ਦੇ ਖਿਲਾਫ ਸਖਤ ਪੱਛਮੀ ਆਰਥਿਕ ਪਾਬੰਦੀਆਂ ਦਾ ਹਵਾਲਾ ਦਿੱਤਾ। ਅਮਰੀਕੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਦਾ ਦੇਸ਼ ਆਪਣੀ ਸਥਿਤੀ ਨਹੀਂ ਬਦਲੇਗਾ। ਬਾਈਡਨ ਨੇ ਵੀ ਕਿਹਾ ਕਿ ਅਮਰੀਕਾ ਨੂੰ ਰੂਸ ਦੇ ਪਰਮਾਣੂ ਹਥਿਆਰਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਅਮਰੀਕਾ ਦਾ ਨਾਈਟ ਵਾਚ 에ਅਰਕ੍ਰਾਫਟ ਦੁਨੀਆ ਦੇ ਵਿੱਚ ਵੱਡੀ ਤਬਾਹੀ ਲਿਆਉਣ ਦੀ ਸਮਰੱਥਾ ਰੱਖਦਾ ਹੈ। ਅਤੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇਹ ਜਹਾਜ਼ ਅਮਰੀਕਾ ਦੇ 4315 ਪਰਮਾਣੂ ਬੰਬਾਂ ਨੂੰ ਕੰਟਰੋਲ ਕਰਨ ਦੀ ਸਮਰੱਥ ਹੈ। ਜਦੋਂ ਵੀ ਅਮਰੀਕਾ ਤੇ ਸੰਕਟ ਆਉਂਦਾ ਹੈ ਤਾਂ ਅਮਰੀਕੀ ਹਵਾਈ ਸੈਨਾ ਦਾ ਇਹ ਜਹਾਜ਼ ਹਵਾ ਦੇ ਵਿੱਚ ਉੱਡਦਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਕੋਰੋਨਾ ਪੋਜ਼ਿਟਿਵ ਹੋਣ ਦੀ ਖਬਰ ਆਉਣ ਤੇ ਇਹ ਜਹਾਜ਼ ਹਵਾ ਦੇ ਵਿੱਚ ਉੱਡਿਆ ਸੀ। ਇਸੇ ਤਰ੍ਹਾਂ ਇਹ ਜਹਾਜ਼ 9/11 ਦੇ ਹਮਲੇ ਤੋਂ ਬਾਅਦ ਵੀ ਹਰਕਤ ਦੇ ਵਿੱਚ ਆਇਆ ਸੀ। ਅਮਰੀਕੀ ਹਵਾਈ ਸੈਨਾ ਦੇ E-4B ਜਹਾਜ਼ ਨੂੰ ਬੋਇੰਗ 747-200B ਜਹਾਜ਼ ਤੋਂ ਸੋਧਿਆ ਗਿਆ ਸੀ। ਅਮਰੀਕੀ ਹਵਾਈ ਸੈਨਾ ਅਜਿਹੇ 4 ਜਹਾਜ਼ਾਂ ਦੀ ਵਰਤੋਂ ਕਰਦੀ ਹੈ। ਇਹ ਮਹਾਵਿਨਾਸ਼ ਦਾ ਜਹਾਜ਼ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਿਸੇ ਵੀ ਪਰਮਾਣੂ ਹਮਲੇ ਦਾ ਟਾਕਰਾ ਕਰਨ ਦੇ ਵਿੱਚ ਸਮਰੱਥ ਹੈ। E-4B ਨਾਈਟ ਵਾਚ ਜਹਾਜ਼ ਦੇ ਵਿੱਚ ਕੋਈ ਖਿੜਕੀ ਨਹੀਂ ਹੈ, ਜਿਸ ਕਾਰਨ ਪਰਮਾਣੂ ਹਮਲੇ ਦੀ ਸਥਿਤੀ ਦੇ ਵਿੱਚ ਸਵਾਰੀਆਂ ਤੇ ਕੋਈ ਅਸਰ ਨਹੀਂ ਪੈਂਦਾ। ਇਸ ਵਿੱਚ ਰਾਸ਼ਟਰਪਤੀ ਸਮੇਤ ਵਿਸ਼ੇਸ਼ ਪਤਵੰਤਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ। ਇਹ ਪਰਮਾਣੂ ਹਮਲੇ ਤੋਂ ਬਾਅਦ ਵੀ ਬਹੁਤ ਸੁਰੱਖਿਅਤ ਕਮਾਂਡ ਸੈਂਟਰ ਦੇ ਵਜੋਂ ਕੰਮ ਕਰਦਾ ਹੈ। ਇਸ ਦੇ ਜ਼ਰੀਏ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਹਮਲਾ ਕਰਨ ਦੀਆਂ ਹਦਾਇਤਾਂ ਦੇ ਸਕਦਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਪਰਮਾਣੂ ਹਥਿਆਰਾਂ ਨੂੰ
ਕੰਟਰੋਲ ਕੀਤਾ ਜਾ ਸਕਦਾ ਹੈ। ਅਮਰੀਕਾ ਦੇ E-4B ਨਾਈਟ ਵਾਚ ਜਹਾਜ਼ ਹਮੇਸ਼ਾ ਅਲਰਟ ਤੇ ਰਹਿੰਦੇ ਨੇ। ਅਮਰੀਕਾ ਦਾ E-4B ਨਾਈਟ ਵਾਚ ਜਹਾਜ਼ ਪਹਿਲੀ ਵਾਰ ਸਾਲ 1974 ਦੇ ਵਿੱਚ ਸੇਵਾ ਵਿੱਚ ਆਇਆ ਸੀ। ਲਗਭਗ 50 ਸਾਲ ਦੀ ਸੇਵਾ ਤੋਂ ਬਾਅਦ ਹੁਣ ਇਹ ਜਹਾਜ਼ ਸੇਵਾ ਮੁਕਤ ਹੋਣ ਦੀ ਕਗਾਰ ਤੇ ਹੈ। ਇਸ ਲਈ ਅਮਰੀਕੀ ਹਵਾਈ ਸੈਨਾ ਇਸ ਨੂੰ ਬਦਲਣ ਜਾ ਰਹੀ ਹੈ। ਇਸ ਦੇ 4 ਜਹਾਜ਼ਾਂ ਦੇ ਵਿੱਚੋਂ ਇੱਕ ਜਹਾਜ਼ ਨੂੰ ਹਮੇਸ਼ਾ ਅਲਰਟ ਪੋਸਚਰ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਜੇਕਰ ਕੋਈ ਵੱਡਾ ਸੰਕਟ ਆਉਂਦਾ ਹੈ ਤਾਂ ਤੁਰੰਤ ਇਹ ਮਹਾਨ ਵਿਨਾਸ਼ਕਾਰੀ ਜਹਾਜ਼ ਜੰਗ ਦੇ ਲਈ ਤਿਆਰ ਹੋ ਜਾਵੇਗਾ। ਇਸ ਕਰਕੇ ਇਸ ਨੂੰ ਡੂਮਸਡੇ ਪਲਾਨ ਕਿਹਾ ਜਾਂਦਾ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਕਿ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਗਲੋਬਲ ਪੱਧਰ ਤੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਲਈ ਉਹਨਾਂ ਦੇ ਪ੍ਰਸ਼ਾਸਨ ਨੇ 30 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅਮਰੀਕਾ ਦੇ ਰਣਨੀਤਿਕ ਭੰਡਾਰਾਂ ਤੋਂ ਕਰੋੜਾਂ ਬੈਰਲ ਤੇਲ ਦੇਣ ਦਾ ਫੈਸਲਾ ਕੀਤਾ। ਬਾਈਡਨ ਨੇ ਮੰਗਲਵਾਰ ਨੂੰ ਸਟੇਟ ਆਫ ਦਾ ਯੂਨੀਅਨ ਦੇ ਭਾਸ਼ਣ ਦੇ ਮੱਧ ਦੇ ਵਿੱਚ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੇ ਲਈ ਮਜ਼ਬੂਤ ਕਦਮ ਚੁੱਕ ਰਿਹਾ ਹੈ ਕਿ ਰੂਸ ਦੀ ਆਰਥਿਕਤਾ ਨੂੰ ਨਿਸ਼ਾਨਾ ਬਣਾ ਕੇ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦਾ ਵੱਡਾ ਅਸਰ ਹੋਵੇ। ਉਹਨਾਂ ਨੇ ਵਾਅਦਾ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਅਮਰੀਕੀ ਕਾਰੋਬਾਰਾਂ ਤੇ ਖਪਤਕਾਰਾਂ ਦੀ ਸੁਰੱਖਿਆ ਦੇ ਲਈ ਸਾਰੇ ਕਦਮ ਚੁੱਕੇਗਾ। ਬਾਈਡਨ ਨੇ ਕਿਹਾ ਕਿ ਮੈਂ ਸਾਰੇ ਅਮਰੀਕੀਆਂ ਦੇ ਪ੍ਰਤੀ ਇਮਾਨਦਾਰ ਰਹਾਂਗਾ ਜਿਵੇਂ ਮੈਂ ਹਮੇਸ਼ਾ ਵਾਅਦਾ ਕੀਤਾ। ਰੂਸੀ ਤਾਨਾਸ਼ਾਹ ਦੇ ਕਿਸੇ ਦੂਜੇ ਦੇਸ਼ ਤੇ ਹਮਲਾ ਕੀਤਾ ਤੇ ਇਸ ਦਾ ਬੋਝ ਪੂਰੀ ਦੁਨੀਆ ਤੇ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਜ ਰਾਤ ਮੈਂ ਐਲਾਨ ਕਰ ਸਕਦਾ ਕਿ ਅਮਰੀਕਾ ਨੇ 30 ਹੋਰ ਦੇਸ਼ਾਂ ਦੇ ਨਾਲ ਦੁਨੀਆ ਭਰ ਦੇ ਤੇਲ ਭੰਡਾਰਾਂ ਤੋਂ 6 ਕਰੋੜ ਬੈਰਲ ਤੇਲ ਦੇਣ ਦੇ ਕੰਮ ਕੀਤਾ ਹੈ। ਅਮਰੀਕਾ ਇਸ ਪਹਿਲ ਕਦਮੀ ਦੀ ਅਗਵਾਈ ਕਰੇਗਾ ਅਤੇ ਅਸੀਂ ਆਪਣੇ ਰਣਨੀਤਿਕ ਪੈਟਰੋਲੀਅਮ ਭੰਡਾਰਾਂ ਤੋਂ 3 ਕਰੋੜ ਬੈਰਲ ਤੇਲ ਜਾਰੀ ਕਰ ਰਹੇ ਹਾਂ। ਲੋੜ ਪਈ ਤਾਂ ਹੋਰ ਵੀ ਕਰਾਂਗੇ। ਅਸੀਂ ਆਪਣੇ ਭਾਈਵਾਲਾਂ ਦੇ ਨਾਲ ਇਕਜੁੱਟ ਹਾਂ। ਉਧਰ ਬੀਤੇ ਦਿਨੀ ਕੈਨੇਡਾ ਦੇ ਵਿੱਚ ਹੋਏ ਮੁੱਕੇਬਾਜ਼ੀ ਦੇ ਮੁਕਾਬਲੇ ਦੇ ਵਿੱਚ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਚੱਕਰੀਆ ਨੇ ਜਾਰਡਨ ਬਾਲਮਰ ਨੂੰ ਹਰਾ ਕੇ ਕੈਨੇਡਾ ਮੁੱਕੇਬਾਜ਼ੀ ਮਿਡਲਵੇਟ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਨੌਜਵਾਨ ਮੁੱਕੇਬਾਜ਼ ਸੁਖਦੀਪ ਸਿੰਘ ਚੱਕਰੀਆ ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕਰ ਦਾ ਜੰਮਪਲ ਹੈ। ਸੁਖਦੀਪ ਸਿੰਘ ਨੇ ਕੈਨੇਡਾ ਦੇ ਵਿੱਚ ਪੇਸ਼ੇਵਰ ਮੁੱਕੇਬਾਜ਼ੀ ਦੇ ਹੋਏ ਮੁਕਾਬਲੇ ਦੇ ਵਿੱਚ ਇੱਕ ਵਾਰ ਫਿਰ ਅਜਿਹਾ ਕੀਤਾ ਜਿਸ ਦੇ ਨਾਲ ਪੰਜਾਬੀਆਂ ਦਾ ਮਾਣ ਵਧਿਆ। ਬੀਤੇ ਦਿਨੀ ਹੋਏ ਮੁਕਾਬਲੇ ਦੇ ਦੌਰਾਨ ਉਸਨੇ IBA ਇੰਟਰਕੰਟੀਨੈਂਟਲ ਮਿਡਲਵੇਟ ਖਿਤਾਬ ਨੂੰ ਬਰਕਰਾਰ ਰੱਖਣ ਦੇ ਲਈ ਰਿੰਗ ਦੇ ਵਿੱਚ ਆਪਣਾ ਹੁਨਰ ਦਿਖਾਇਆ। ਉਸਨੇ ਰਿਚਰਡ ਦਾ ਫਰੌਗ ਹੋਮਸ ਮੁੱਕੇਬਾਜ਼ ਨੂੰ ਇੱਕ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਮੁਕਾਬਲੇ ਦੇ ਵਿੱਚ ਹਰਾ ਕੇ ਆਪਣੇ ਆਪ ਨੂੰ ਕੈਨੇਡਾ ਮਿਡਲਵੇਟ ਬਾਕਸਿੰਗ ਚੈਂਪੀਅਨ ਜੇਤੂ ਬਣਾਇਆ। 29 ਸਾਲਾ ਲੜਾਕੂ ਮੁੱਕੇਬਾਜ਼ ਸੁਖਦੀਪ ਸਿੰਘ ਜੋ ਕਿ ਭਾਰਤ ਦੇ ਵਿੱਚ ਸ਼ਾਨਦਾਰ ਮੁੱਕੇਬਾਜ਼ ਸ਼ੌਕੀਨ ਸੀ ਆਪਣੇ ਕੈਰੀਅਰ ਤੋਂ ਬਾਅਦ ਕੈਨੇਡਾ ਆਇਆ ਸੀ। 13 ਸਾਲ ਦੀ ਉਮਰ ਤੋਂ ਹੀ ਮੁੱਕੇਬਾਜ਼ ਉਸਦੇ ਜੀਵਨ ਦਾ ਇੱਕ ਬੁਨਿਆਦੀ ਹਿੱਸਾ ਰਿਹਾ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਦੇ ਇੱਕ ਪਿੰਡ ਦੇ ਵਿੱਚ ਹੀ ਵੱਡਾ ਹੋਇਆ। ਦਿਲਚਸਪੀ ਅਤੇ ਆਪਣੇ ਸ਼ੌਕ ਦੇ ਕਾਰਨ ਉਸਨੇ ਮੁੱਕੇਬਾਜ਼ੀ ਦੇ ਵਿੱਚ ਚੰਗੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਉਸਨੇ 2012 ਦੇ ਵਿੱਚ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਅਤੇ 2011 ਦੇ ਵਿੱਚ ਬਾਕਸਿੰਗ ਸੁਪਰ ਕੱਪ ਦੇ ਵਿੱਚ ਵੀ ਸੋਨ ਤਗਮੇ ਜਿੱਤੇ। 2016 ਦੇ ਵਿੱਚ ਉਸਨੇ ਆਇਰਲੈਂਡ ਵਿੱਚ ਭਾਰਤੀ ਓਲੰਪਿਕ ਮੁੱਕੇਬਾਜ਼ ਦੀ ਟੀਮ ਦੇ ਨਾਲ ਵੀ ਸਿਖਲਾਈ ਲਈ। ਕੈਨੇਡਾ ਨੇ ਉਸ ਨੂੰ ਵੱਡਾ ਬ੍ਰੇਕ ਦਿੱਤਾ ਤੇ ਨਵੰਬਰ 2019 ਦੇ ਵਿੱਚ ਉਸਨੇ ਪਹਿਲੀ ਵਾਰ IBA ਇੰਟਰਕੰਟੀਨੈਂਟਲ ਮਿਡਲਵੇਟ ਖਿਤਾਬ ਵੀ ਜਿੱਤਿਆ ਜਦੋਂ ਉਸਨੇ ਅਰਜਨਟੀਨਾ ਦੇ ਹੈਕਟਰ ਕਾਰਲੋ ਸੈਂਟਾਨਾ ਨੂੰ ਪਹਿਲੇ ਦੌਰ ਦੇ ਵਿੱਚ TKO ਦੁਆਰਾ ਹਰਾਇਆ ਤੇ ਕੈਨੇਡਾ ਦੇ ਵਿੱਚ ਕੁਝ ਬਣਨ ਅਤੇ ਕਰ ਦਿਖਾਉਣ ਦੇ ਲਈ ਟੋਰਾਂਟੋ ਆਧਾਰਿਤ ਟ੍ਰੇਨਰ ਰਿਆਨ ਗ੍ਰਾਂਟ ਦੇ ਨਾਲ ਜੁੜਨ ਤੋਂ ਬਾਅਦ ਚੱਕਰੀਆ ਨੇ ਆਪਣੇ ਆਪ ਨੂੰ ਕੈਨੇਡਾ ਦੌੜ ਧਰਤੀ ਤੇ ਇੱਕ ਉੱਭਰਦੇ ਮਿਡਲਵੇਟ ਸਟਾਰ ਦੇ ਵਜੋਂ ਇੱਥੇ ਸਥਾਪਿਤ ਕੀਤਾ। ਰੂਸ ਯੂਕਰੇਨ ਦਰਮਿਆਨ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਗੋਲੀਬਾਰੀ ਤੇ ਸ਼ਕਤੀਸ਼ਾਲੀ ਹਮਲਿਆਂ ਦੇ ਨਾਲ ਯੂਕਰੇਨ ਦੇ ਵਿੱਚ ਭਾਰੀ ਤਬਾਹੀ ਹੋਈ ਹੈ। ਯੂਕਰੇਨ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ। ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਐਲਾਨ ਕੀਤਾ ਹੈ ਕਿ ਜੰਗੀ ਅਪਰਾਧਾਂ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਦੇ ਲਈ ਕੈਨੇਡਾ ਨੇ ਯੂਕਰੇਨ ਦੇ ਵਿੱਚ ਰੂਸ ਦੀ ਫੌਜੀ ਕਾਰਵਾਈ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਕੋਲ ਭੇਜ ਦਿੱਤਾ ਹੈ। ਕੈਨੇਡਾ ਨੇ ਯੂਕਰੇਨ ਦੀ ਸਥਿਤੀ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਕੋਲ ਭੇਜਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਇੱਕ ਕਦਮ ਚੁੱਕਿਆ ਗਿਆ। ਜੋਲੀ ਨੇ ਮੰਗਲਵਾਰ ਨੂੰ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ICC ਤੇ ਹੋਰ ਮੈਂਬਰ ਦੇਸ਼ਾਂ ਦੇ ਨਾਲ ਕੰਮ ਕਰ ਰਹੇ ਹਾਂ ਜੋ ਕਿ ਰੂਸੀ ਬਲਾਂ ਦੇ ਦੁਆਰਾ ਯੂਕਰੇਨ ਦੇ ਵਿੱਚ ਗੰਭੀਰ ਅੰਤਰਰਾਸ਼ਟਰੀ ਅਪਰਾਧਾਂ ਦੇ ਕਮਿਸ਼ਨ ਦੇ ਕਈ ਦੋਸ਼ਾਂ ਦੇ ਨਤੀਜੇ ਵਜੋਂ ਇਹ ਮਹੱਤਵਪੂਰਨ ਕਾਰਵਾਈ ਕੀਤੀ ਜਾ ਸਕੇ ਜਿਸ ਦੇ ਵਿੱਚ ਜੰਗੀ ਅਪਰਾਧਾਂ ਅਤੇ ਮਨੁੱਖਤਾ ਦੇ ਵਿਰੁੱਧ ਅਪਰਾਧ ਸ਼ਾਮਲ ਨੇ। ਪਿਛਲੇ ਵੀਰਵਾਰ ਰੂਸ ਨੇ ਯੂਕਰੇਨ ਦੇ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਜੋ ਕਿ ਯੂਕਰੇਨੀ ਫੌਜਾਂ ਦੇ ਹਮਲੇ ਦੇ ਖਿਲਾਫ ਡੋਨੇਸਟਿਕ ਤੇ ਲੁਹਾਨਸਕ ਲੋਕ ਗਣਰਾਜਾਂ ਦੀ ਮਦਦ ਦੇ ਲਈ ਕਾਲਾਂ ਦਾ ਜਵਾਬ ਦੇਣ ਦੇ ਤੌਰ ਤੇ ਸ਼ੁਰੂ ਹੋਈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਆਪਰੇਸ਼ਨ ਸਿਰਫ ਯੂਕਰੇਨੀ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ। ਇਸ ਗੱਲ ਤੇ ਜ਼ੋਰ ਦਿੰਦਿਆਂ ਹੋਇਆਂ ਕਿ ਨਾਗਰਿਕ ਆਬਾਦੀ ਨੂੰ ਖਤਰਾ ਨਹੀਂ ਹੈ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਹਨਾਂ ਦੇ ਪ੍ਰਸ਼ਾਸਨ ਨੂੰ ਕੌਮਾਂਤਰੀ ਕਮਿਊਨਿਟੀਜ਼ ਦੇ ਵੱਲੋਂ ਚੁੱਕੇ ਗਏ ਸਖਤ ਕਦਮਾਂ ਦੇ ਕਾਰਨ ਵੱਡਾ ਝਟਕਾ ਲੱਗਿਆ। ਇਸ ਕਾਰਨ ਪੁਤਿਨ ਨੂੰ ਯੂਕਰੇਨ ਦੇ ਖਿਲਾਫ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਮਜਬੂਰ ਹੋਣਾ ਪਵੇਗਾ। ਬੁੱਧਵਾਰ ਨੂੰ ਪਾਰਲੀਮੈਂਟ ਹਿਲ ਦੇ ਉੱਤੇ ਲਿਬਰਲ ਕਾਕਸ ਦੀ ਮੀਟਿੰਗ ਦੇ ਉੱਤੇ ਜਾਂਦਿਆਂ ਟਰੂਡੋ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੌਮਾਂਤਰੀ ਭਾਈਚਾਰਾ ਇਕਜੁੱਟ ਹੈ ਅਤੇ ਉਹਨਾਂ ਦੇ ਖਿਲਾਫ ਕਾਰਵਾਈ ਦੇ ਲਈ ਦ੍ਰਿੜ ਹੈ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਕੈਨੇਡਾ ਤੇ ਯੂਕੇ ਵਰਗੇ ਦੇਸ਼ਾਂ ਤੋਂ ਪਾਬੰਦੀਆਂ ਦੀ ਉਮੀਦ ਤਾਂ ਪੁਤਿਨ ਨੂੰ ਹੋਵੇਗੀ ਹੀ, ਪਰ ਜਰਮਨੀ ਦੇ ਵੱਲੋਂ ਗੈਸ ਪਾਈਪਲਾਈਨ ਪ੍ਰੋਜੈਕਟ ਨਾਰਡ ਸਟਰੀਮ ਨੂੰ ਰੱਦ ਕਰਨਾ ਅਤੇ ਯੂਕਰੇਨ ਨੂੰ ਹਥਿਆਰ ਭੇਜਣ ਦੀ ਗੱਲ ਕਰਨਾ ਅਜਿਹੀਆਂ ਗੱਲਾਂ ਨੇ ਜਿਸ ਦੇ ਨਾਲ ਰੂਸੀ ਸਿਸਟਮ ਹਿੱਲ ਗਿਆ। ਟਰੂਡੋ ਨੇ ਆਖਿਆ ਕਿ ਅਸੀਂ ਸਿਰਫ ਯੂਕਰੇਨ ਦਾ ਸਾਥ ਹੀ ਨਹੀਂ ਦੇ ਰਹੇ, ਸਗੋਂ ਜਮਹੂਰੀਅਤ ਦੇ ਸਿਧਾਂਤਾਂ ਦੇ ਲਈ ਵੀ ਖੜੇ ਹਾਂ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਵੱਲੋਂ ਰੂਸ ਦੇ ਵੱਲੋਂ ਯੂਕਰੇਨ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਕਦਮ ਦੀ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਦੇ ਵੱਲੋਂ ਸ਼ਲਾਘਾ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ ਵਿੱਚ 5 ਵੋਟਾਂ ਦੇ ਮੁਕਾਬਲੇ ਪਈਆਂ 141 ਵੋਟਾਂ ਦਾ ਜ਼ਿਕਰ ਕਰਦਿਆਂ ਜ਼ੈਲੈਂਸਕੀ ਨੇ ਆਖਿਆ ਕਿ ਪੂਰੀ ਦੁਨੀਆ ਸਾਡੇ ਨਾਲ ਹੈ। ਜ਼ਿਕਰਯੋਗ ਹੈ ਕਿ ਇਸ ਵੋਟਿੰਗ ਦੇ ਵਿੱਚ 34 ਦੇਸ਼ਾਂ ਦੇ ਵੱਲੋਂ ਹਿੱਸਾ ਹੀ ਨਹੀਂ ਲਿਆ ਗਿਆ। ਪੁਤਿਨ ਦੇ ਵੱਲੋਂ ਯੂਕਰੇਨ ਉੱਤੇ ਬੋਲੇ ਗਏ ਧਾਵੇ ਤੋਂ ਬਾਅਦ ਤੋਂ ਵੀ ਲਗਾਤਾਰ ਕੈਨੇਡੀਅਨ ਅਧਿਕਾਰੀਆਂ ਦੇ ਵੱਲੋਂ ਕਦੇ ਫੌਜੀ ਤੇ ਕਦੇ ਮਨੁੱਖਤਾਵਾਦੀ ਮਦਦ ਦਾ ਐਲਾਨ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵੱਲੋਂ ਰੂਸੀ ਬੈਂਕਾਂ ਤੇ ਅਹਿਮ ਹਸਤੀਆਂ ਖਿਲਾਫ ਵਿੱਤੀ ਮਾਪਦੰਡ ਵੀ ਅਪਣਾਏ ਗਏ ਨੇ। ਫੈਡਰਲ ਸਰਕਾਰ ਨੇ ਕੈਨੇਡੀਅਨ 에ਅਰ ਸਪੇਸ ਤੇ ਪਾਣੀ ਦੇ ਰਾਹ ਵੀ ਰੂਸੀ ਜਹਾਜ਼ਾਂ ਦੇ ਬੇੜਿਆਂ ਦੇ ਕੈਨੇਡਾ ਦਾਖਲ ਹੋਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਹ ਸਾਰੇ ਕਦਮ ਹੋਰਨਾਂ ਭਾਈਵਾਲ ਮੁਲਕਾਂ ਦੇ ਨਾਲ ਤਾਲਮੇਲ ਕਰਕੇ ਹੀ ਕੈਨੇਡੀਅਨ ਸਰਕਾਰ ਦੇ ਵੱਲੋਂ ਚੁੱਕੇ ਗਏ ਨੇ। ਉਧਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 6ਵੇਂ ਪੜਾਅ ਦੇ ਤਹਿਤ ਸੂਬੇ ਦੇ 57 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਰੀ ਵੋਟਿੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਹਨਾਂ ਨੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਲੋਕਤੰਤਰ ਦਾ ਤਿਉਹਾਰ ਅੱਜ ਆਪਣੇ 6ਵੇਂ ਪੜਾਅ ਦੇ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਨਾਲ ਇਸ ਤਿਉਹਾਰ ਦੇ ਵਿੱਚ ਜ਼ਰੂਰ ਸ਼ਾਮਲ ਹੋਣ। ਤੁਹਾਡੀ ਇੱਕ ਵੋਟ ਲੋਕਤੰਤਰ ਦੀ ਤਾਕਤ 6ਵੇਂ ਪੜਾਅ ਤਹਿਤ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਪੜਾਅ ਦੇ ਵਿੱਚ ਅੰਬੇਦਕਰ ਨਗਰ, ਬਲਰਾਮਪੁਰ, ਸਿਧਾਰਥ ਨਗਰ, ਸੰਤ ਕਬੀਰ ਨਗਰ, ਮਹਾਰਾਜਗੰਜ, ਗੋਰਖਪੁਰ, ਕੁਸ਼ੀ ਨਗਰ, ਦੇਵਰੀਆ ਅਤੇ ਬਲੀਆ ਸਮੇਤ 10 ਜ਼ਿਲ੍ਹਿਆਂ ਦੀਆਂ ਕੁੱਲ 57 ਸੀਟਾਂ ਤੇ ਵੋਟਾਂ ਪੈ ਰਹੀਆਂ ਨੇ। ਇਸ ਪੜਾਅ ਦੇ ਵਿੱਚ ਯੋਗੀ ਆਦਿੱਤਿਆਨਾਥ, ਸੂਬੇ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ, ਬੇਸਿਕ ਸਿੱਖਿਆ ਮੰਤਰੀ ਸਤੀਸ਼ ਤ੍ਰਿਵੇਦੀ, ਸਾਬਕਾ ਕਿਰਤ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਤੇ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਵੀ ਆਪਣੀ ਕਿਸਮਤ ਤੇ ਦਾਅ ਖੇਡ ਰਹੇ ਨੇ। ਉਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 6ਵੇਂ ਪੜਾਅ ਦੇ ਲਈ ਪੈ ਰਹੀਆਂ ਵੋਟਾਂ ਦੇ ਲਈ ਗੋਰਖਪੁਰ ਦੇ ਵਿੱਚ ਜਾ ਕੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਕਿਹਾ ਕਿ ਮੈਨੂੰ ਵੋਟ ਪਾਉਣ ਦਾ ਮੌਕਾ ਮਿਲਿਆ, ਇਹ ਮੇਰਾ ਸੁਭਾਗ ਹੈ। ਉਹਨਾਂ ਨੇ ਇਸ ਦੇ ਨਾਲ ਹੀ ਜਨਤਾ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਵਿਕਾਸ ਦੇ ਲਈ ਵੋਟ ਪਾਓ। ਵੋਟ ਪਾਉਣ ਵਾਲਾ ਹਰ ਨਾਗਰਿਕ ਹਰ ਵਿਅਕਤੀ ਨੂੰ ਪ੍ਰੇਰਿਤ ਕਰੇ ਤੇ ਵੋਟ ਪਾਵੇ। ਉਹਨਾਂ ਨੇ ਇਸ ਦੌਰਾਨ ਸਮਾਜਵਾਦੀ ਪਾਰਟੀ ਨੂੰ ਲੰਬੇ ਹੱਥੀ ਲਿਆ ਤੇ ਕਿਹਾ ਕਿ ਵੰਸ਼ਵਾਦ, ਮਾਫੀਆ ਤੇ ਜਾਤੀਵਾਦ ਤੋਂ ਬਾਹਰ ਨਿਕਲ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ। ਉਹਨਾਂ ਨੇ ਕਿਹਾ ਕਿ ਵਿਕਾਸ ਦੇ ਮੁੱਦੇ ਤੇ ਵੋਟ ਪਾਓ, ਜਿਸ ਦੇ ਨਾਲ ਦੇਸ਼ ਦੀ ਵਿਕਾਸ ਹੋ ਸਕੇ। ਯੋਗੀ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਹਾ ਕਿ ਪਹਿਲਾ ਵੋਟ ਫਿਰ ਜਲਪਾਨ ਦਾ ਸੰਕਲਪ ਲੈ ਕੇ ਲੋਕਤੰਤਰ ਦੇ ਨਾਗਰਿਕ ਦੀ ਜ਼ਿੰਮੇਵਾਰੀ ਨਿਭਾਓ। ਉਹਨਾਂ ਨੇ ਲਿਖਿਆ, ਚੋਣਾਂ ਲੋਕਤੰਤਰ ਦਾ ਮਹਾਪਰਵ ਨੇ, ਇਸ ਮੌਕੇ ਸਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ। ਤੁਹਾਡੀ ਇੱਕ ਵੋਟ ਕੀਮਤੀ ਹੈ। ਤੁਹਾਡੀ ਹਰ ਇੱਕ ਵੋਟ ਉੱਤਰ ਪ੍ਰਦੇਸ਼ ਦੇ ਨਾਲ ਦੇਸ਼ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਯੋਗੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਗੋਰਖਪੁਰ ਸਦਰ ਵਿਧਾਨ ਸਭਾ ਸੀਟ ਤੇ ਭਗਵਾ ਖੇਮੇ ਦਾ ਅਜਿਹਾ ਅਭੇਦ ਕਿਲਾ ਹੈ ਜਿਸ ਨੂੰ ਪਿਛਲੇ ਲਗਾਤਾਰ 33 ਸਾਲ ਤੋਂ ਕੋਈ ਭੇਦ ਨਹੀਂ ਸਕਿਆ। ਯੋਗੀ ਸਦਰ ਸੀਟ ਤੋਂ ਵੀ 1998 ਤੇ 2017 ਤੱਕ ਸੰਸਦ ਮੈਂਬਰ ਰਹੇ ਨੇ। ਉਹ ਸਭ ਤੋਂ ਪਹਿਲਾਂ 1998 ਦੇ ਵਿੱਚ ਇੱਥੋਂ ਭਾਜਪਾ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜੇ ਸਨ। ਉਸ ਚੋਣਾਂ ਦੇ ਵਿੱਚ ਉਹਨਾਂ ਨੇ ਬਹੁਤ ਹੀ ਘੱਟ ਫਰਕ ਦੇ ਨਾਲ ਜਿੱਤ ਦਰਜ ਕੀਤੀ ਸੀ, ਪਰ ਉਸ ਤੋਂ ਬਾਅਦ ਹਰ ਚੋਣ ਦੇ ਵਿੱਚ ਉਹਨਾਂ ਦੀ ਜਿੱਤ ਦਾ ਫਰਕ ਵੱਧਦਾ ਗਿਆ। 1999, 2004, 2009 ਤੇ 2014 ਵਿੱਚ ਸੰਸਦ ਮੈਂਬਰ ਚੁਣੇ ਗਏ। ਉਧਰ ਰੂਸ ਦੀ ਫੌਜੀ ਕਾਰਵਾਈ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੂਰਬੀ ਯੂਰਪੀ ਦੇਸ਼ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਲਈ ਜਾਰੀ ਮੁਹਿੰਮ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਇਲਾਵਾ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਨੇ। ਯੂਕਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਐਤਵਾਰ ਤੋਂ ਲਗਾਤਾਰ ਬੈਠਕਾਂ ਕਰ ਰਿਹਾ। ਉਹਨਾਂ ਨੇ ਕਈ ਮੌਕਿਆਂ ਤੇ ਕਿਹਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਉਹਨਾਂ ਦੀ ਪ੍ਰਮੁੱਖ ਤਰਜੀਹ ਹੈ। ਕਰੀਬ 20,000 ਭਾਰਤੀਆਂ ਦੇ ਵਿੱਚੋਂ ਹੁਣ ਤੱਕ 6,000 ਨੂੰ ਘਰ ਲਿਆਂਦਾ ਜਾ ਚੁੱਕਿਆ ਹੈ। ਯੂਕਰੇਨ ਦੇ ਵਿੱਚ ਹਾਲਾਤ ਵਿਗੜਦੇ ਦੇਖ ਉੱਥੇ ਸਥਿਤ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਦੇ ਸਮੇਤ ਆਪਣੇ ਸਾਰੇ ਨਾਗਰਿਕਾਂ ਨੂੰ ਤੁਰੰਤ ਖਾਰਕੀਵ ਛੱਡਣ ਦੀ ਅਪੀਲ ਕੀਤੀ ਹੈ। ਰੱਖਿਆ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਭਾਰਤੀ ਨਾਗਰਿਕਾਂ ਨੂੰ ਤੁਰੰਤ ਪੈਸੋਚਿਨ, ਬਾਬੇ ਅਤੇ ਬੇਜ਼ਲੀ ਡੋਵਕਾ ਪਹੁੰਚਣ ਨੂੰ ਕਿਹਾ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਭਾਰਤ ਸਰਕਾਰ ਯੂਕਰੇਨ ਦੇ ਵਿੱਚ ਫਸੇ ਆਪਣੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਵਾਪਸ ਲਿਆਏਗੀ। ਉਧਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 6ਵੇਂ ਪੜਾਅ ਤਹਿਤ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਉਮੀਦਵਾਰੀ ਵਾਲੇ ਗੋਰਖਪੁਰ ਸਮੇਤ 57 ਵਿਧਾਨ ਸਭਾ ਖੇਤਰਾਂ ਦੇ ਵਿੱਚ ਵੋਟਿੰਗ ਵੀਰਵਾਰ ਨੂੰ ਯਾਨੀ ਕਿ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਤੇ ਅਜੇ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਇਸ ਪੜਾਅ ਦੇ ਵਿੱਚ 2 ਕਰੋੜ 14 ਲੱਖ ਤੋਂ ਵਧੇਰੇ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਯੂਪੀ ਚੋਣਾਂ 2022 ਦੇ 6ਵੇਂ ਪੜਾਅ ਦੇ ਦੌਰਾਨ ਗੋਰਖਪੁਰ, ਅੰਬੇਦਕਰ ਨਗਰ, ਬਲੀਆ, ਬਲਰਾਮਪੁਰ, ਬਸਤੀ, ਦੇਵਰੀਆ, ਕੁਸ਼ੀਨ ਨਗਰ, ਮਹਾਰਾਜਗੰਜ,
ਸੰਘਬੀਰ ਨਗਰ ਅਤੇ ਸਿਧਾਰਥ ਨਗਰ 10 ਜ਼ਿਲ੍ਹਿਆਂ ਦੀਆਂ 57 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ। ਇਸ ਪੜਾਅ ਦੇ ਵਿੱਚ 66 ਮਹਿਲਾਵਾਂ ਸਮੇਤ 676 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 57 ਸੀਟਾਂ ਤੋਂ 11 ਸੀਟਾਂ ਅਨੁਸੂਚਿਤ ਜਾਤੀ ਲਈ ਰਿਜ਼ਰਵ ਨੇ। ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ ਤੇ 7 ਪੜਾਵਾਂ ਦੇ ਵਿੱਚ ਚੋਣਾਂ ਪ੍ਰਸਤਾਵਿਤ ਨੇ। ਹੁਣ ਤੱਕ 5 ਪੜਾਵਾਂ ਦੇ ਵਿੱਚ 292 ਸੀਟਾਂ ਤੇ ਵੋਟਾਂ ਪੈ ਚੁੱਕੀਆਂ ਨੇ। ਆਖਰੀ ਪੜਾਅ 7 ਮਾਰਚ ਨੂੰ ਹੋਣਾ ਬਾਕੀ ਹੈ। ਇਸ ਪੜਾਅ ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਯੋਗੀ ਆਦਿੱਤਿਆਨਾਥ ਦੇ ਚੋਣ ਖੇਤਰ ਗੋਰਖਪੁਰ ਦੇ ਵਿੱਚ ਵੀ VOTING ਹੋਵੇਗੀ, ਜਿੱਥੇ ਉਹਨਾਂ ਦੇ ਮੁਕਾਬਲੇ ਸਮਾਜਵਾਦੀ ਪਾਰਟੀ ਤੋਂ ਸ਼ੁਭਾਵਤੀ ਸ਼ੁਕਲਾ ਅਤੇ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਸਮੇਤ ਕਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। 6ਵੇਂ ਪੜਾਅ ਦੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਸਮੇਤ ਕਈ ਸਟਾਰ ਪ੍ਰਚਾਰਕ ਚੋਣ ਪ੍ਰਚਾਰ ਕਰ ਚੁੱਕੇ ਨੇ। ਜਾਣਕਾਰੀ ਦੇ ਮੁਤਾਬਕ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ 57 ਸੀਟਾਂ ਦੇ ਵਿੱਚੋਂ 46 ਸੀਟਾਂ ਭਾਜਪਾ ਤੇ 2 ਸੀਟਾਂ ਉਸਦੇ ਸਹਿਯੋਗੀ ਦਲ ਆਪਣਾ ਦਲ ਅਤੇ ਸੁਹੇਲ ਦੇ ਭਾਰਤੀ ਸਮਾਜ ਪਾਰਟੀ ਨੇ ਜਿੱਤੀ ਸੀ। ਹਾਲਾਂਕਿ ਇਸ ਵਾਰ ਸੁਹੇਲ ਦੇ ਭਾਰਤੀ ਸਮਾਜ ਪਾਰਟੀ ਸਮਾਜਵਾਦੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਚੋਣ ਲੜ ਰਹੀ ਹੈ। ਉਧਰ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਫਲਾਈਟ ਦਿੱਲੀ ਬੀਤੀ ਰਾਤ 12:15 ਵਜੇ ਉਤਰੀ, ਜਿਸ ਦੇ ਵਿੱਚ ਕਰੀਬ 250 ਭਾਰਤੀ ਵਿਦਿਆਰਥੀ ਮੌਜੂਦ ਸਨ। ਦਿੱਲੀ 에ਅਰਪੋਰਟ ਤੋਂ ਭਾਰਤੀ ਵਿਦਿਆਰਥੀਆਂ ਨੇ ਜਿੱਥੇ ਸੁੱਖ ਦਾ ਸਾਹ ਲਿਆ, ਉੱਥੇ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਮਾਪੇ ਕਾਫੀ ਭਾਵੁਕ ਹੁੰਦੇ ਨਜ਼ਰ ਆਏ। ਜਾਣਕਾਰੀ ਦੇ ਮੁਤਾਬਕ ਫਲਾਈਟ ਆਪਣੇ ਸਮੇਂ ਤੇ 2 ਘੰਟੇ ਲੇਟ ਪਹੁੰਚੀ। ਵਿਦਿਆਰਥੀ ਜਿਵੇਂ ਹੀ ਬਾਹਰ ਆਏ ਤਾਂ ਉਹਨਾਂ ਦੇ ਪਰਿਵਾਰ ਵਾਲੇ ਭਾਵੁਕ ਹੋ ਗਏ। ਕੁਝ ਨੇ ਬੱਚਿਆਂ ਦੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ, ਕੁਝ ਨੇ ਹੰਝੂਆਂ ਦੇ ਨਾਲ ਸਵਾਗਤ ਕੀਤਾ। ਬੁਖਾਰੈਸਟ ਤੋਂ ਦਿੱਲੀ ਪਰਤੀ ਦਿਵਿਆਂਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹੈ ਤੇ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਉੱਥੇ ਹਾਲਾਤ ਬਹੁਤ ਖਰਾਬ ਨੇ, ਪਰ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ। ਭਾਰਤੀ ਦੂਤਾਵਾਸ ਨੇ ਸਾਡਾ ਬਹੁਤ ਖਿਆਲ ਰੱਖਿਆ ਤੇ ਖਾਣ ਪੀਣ ਤੋਂ ਲੈ ਕੇ ਸ਼ੈਲਟਰ ਹੋਮ ਤੱਕ ਸਾਡੇ ਲਈ ਯੋਗ ਪ੍ਰਬੰਧ ਕੀਤੇ। ਬੋਰਡਰਸ ਨੂੰ ਭੇਜਿਆ ਗਿਆ ਹੈ। ਬਿਜਨੌਰ ਦੀ ਰਹਿਣ ਵਾਲੀ ਦਿਵਿਆਂਸ਼ੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਹੋਇਆਂ ਇਸ ਦੀ ਭਰਪੂਰ ਸ਼ਲਾਘਾ ਕੀਤੀ। ਮੇਘਾ ਤ੍ਰਿਵੇਦੀ, ਅੰਸ਼ਿਕਾ ਗੌਤਮ, ਪ੍ਰੀਤ ਮਲਹੋਤਰਾ ਤਿੰਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਨੇ। ਉੱਥੇ ਹਾਲਾਤ ਬਹੁਤ ਖਰਾਬ ਨੇ। ਉਹਨਾਂ ਨੇ ਦੱਸਿਆ ਕਿ ਉੱਥੇ ਵਿਦਿਆਰਥੀਆਂ ਨੂੰ ਮਾਰਿਆ ਜਾ ਰਿਹਾ, ਅਸੀਂ ਬੰਦੂਕ ਦੀ ਨੋਕ ਤੇ ਸੀ ਅਤੇ ਬਹੁਤ ਡਰ ਗਏ ਸੀ। ਉਹਨਾਂ ਨੇ ਕਿਹਾ ਕਿ ਯੂਰਪੀ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਅਸੀਂ ਭਾਰਤੀ ਦੂਤਾਵਾਸ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਅਜੇ ਵੀ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਹਾਲਾਂਕਿ ਉਹਨਾਂ ਨੇ ਅੱਗੇ ਕਿਹਾ ਕਿ ਜਦੋਂ ਹਾਲਾਤ ਠੀਕ ਹੋ ਜਾਂਦੇ ਨੇ ਅਸੀਂ ਵਾਪਸ ਜਾਣਾ ਚਾਹਾਂਗੇ, ਕਿਉਂਕਿ ਉਹ ਸਾਡਾ ਦੂਜਾ ਘਰ ਹੈ। ਰਾਜਸਥਾਨ ਦੇ ਸਤਿਅਮ ਨੇ ਭਾਰਤ ਆ ਕੇ ਖੁਸ਼ੀ ਜਤਾਈ ਹੈ। ਉਹ ਫਸੇ ਹੋਰ ਵਿਦਿਆਰਥੀਆਂ ਦੇ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸਨੇ ਭਾਰਤ ਸਰਕਾਰ ਨੂੰ ਜਲਦੀ ਹੀ ਉਹ ਬੱਚਿਆਂ ਨੂੰ ਵੀ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਸਤਿਅਮ ਨੇ ਦੱਸਿਆ ਕਿ ਉਹ ਖੁਦ ਬਾਰਡਰ ਤੇ ਪਹੁੰਚਿਆ ਤੇ ਫਿਰ ਬਾਕੀ ਦਾ ਖਰਚਾ ਸਰਕਾਰ ਨੇ ਚੁੱਕਿਆ। ਉਧਰ ਰੂਸ ਦੇ ਫੌਜੀ ਆਪਰੇਸ਼ਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੂਰਬੀ ਯੂਰਪੀ ਦੇਸ਼ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਜਾਰੀ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਤੇ ਯੂਕਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਫੋਨ ਤੇ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਦੋਵਾਂ ਨੇਤਾਵਾਂ ਨੇ ਯੂਕਰੇਨ ਦੀ ਸਥਿਤੀ ਦੀ ਸਮੀਖਿਆ ਕੀਤੀ, ਖਾਸ ਤੌਰ ਤੇ ਖਾਰਕੀਵ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਫਸੇ ਹੋਏ ਨੇ। ਉਹਨਾਂ ਨੇ ਜੰਗ ਪ੍ਰਭਾਵਿਤ ਖੇਤਰ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ ਹੈ। ਇਹ ਗੱਲਬਾਤ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਭਾਰਤ ਦਾ ਚਿੰਤਾ ਦਾ ਮਾਹੌਲ ਹੈ। ਰੂਸੀ ਫੌਜ ਖਾਰਕੀਵ ਦੇ ਵਿੱਚ ਵੱਡੇ ਪੱਧਰ ਤੇ ਗੋਲੀਬਾਰੀ ਕਰ ਰਹੀ ਹੈ ਤੇ ਯੂਕਰੇਨ ਦੀ ਫੌਜ ਨੇ ਉੱਥੇ ਜ਼ਬਰਦਸਤ ਜਵਾਬੀ ਕਾਰਵਾਈ ਕੀਤੀ ਹੈ। ਪਿਛਲੇ 6 ਦਿਨਾਂ ਦੇ ਵਿੱਚ ਦੂਜੀ ਵਾਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਤਿਨ ਦੇ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਦੇ ਅਗਲੇ ਦਿਨ 25 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਆਖਰੀ ਵਾਰ ਗੱਲ ਕੀਤੀ, ਜਿਸ ਦੇ ਵਿੱਚ ਉਸਨੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ। ਪੁਤਿਨ ਦੇ ਨਾਲ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਮੀਟਿੰਗ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਇਲਾਵਾ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਯੂਕਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਐਤਵਾਰ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਉਹਨਾਂ ਨੇ ਕਈ ਮੌਕਿਆਂ ਤੇ ਕਿਹਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਢੰਗ ਦੇ ਨਾਲ ਵਾਪਸ ਲਿਆਉਣਾ ਉਹਨਾਂ ਦੀ ਪ੍ਰਮੁੱਖ ਤਰਜੀਹ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ 7 ਦੇ ਨਾਲ।